ਸਤਿ ਸ੍ਰੀ ਅਕਾਲ, ਸਵਾਗਤ ਹੈ। ਇਸ ਸਮੇਂ ਦੀ ਵੱਡੀ ਖਬਰ ਉਸ ਦਾ ਰੁਖ ਕਰਦੇ ਹਾਂ। ਮੂਸੇਵਾਲਾ ਕਤਲकांड ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ। ਮੂਸੇਵਾਲਾ ਕਤਲकांड ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਮਨਪ੍ਰੀਤ ਸਿੰਘ ਨਾਮ ਦੇ ਸ਼ਖਸ ਦੀ, ਔਰ ਪੁਲਿਸ ਨੇ ਮਨਪ੍ਰੀਤ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਤੇ ਉਸ ਨੂੰ ਹੁਣ ਰਿਮਾਂਡ ਦੇ ਉੱਤੇ ਵੀ ਲੈ ਲਿਆ ਗਿਆ। ਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਤੇ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਵੀ ਦੋ ਗੈਂਗਸਟਰ ਲਿਆਂਦੇ ਗਏ ਨੇ। ਪ੍ਰੋਡਕਸ਼ਨ ਵਾਰੰਟ ਦੇ ਉੱਤੇ ਇਹ ਦੋਵੇਂ ਗੈਂਗਸਟਰ ਲਿਆਂਦੇ ਗਏ ਨੇ। ਮਾਨਸਾ ਕੋਰਟ ਨੇ 5 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ ਇਹਨਾਂ ਦੋਵੇਂ ਗੈਂਗਸਟਰਸ ਨੂੰ। ਵੱਡੀ ਖਬਰ ਹੈ ਇਸ ਸਮੇਂ ਦੀ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਹੋਈ। ਕਰੀਬ 48 ਘੰਟਿਆਂ ਬਾਅਦ ਪੁਲਿਸ ਨੂੰ ਪਹਿਲੀ ਕਾਮਯਾਬੀ ਹੱਥ ਲੱਗੀ। ਹਾਲਾਂਕਿ ਜਿਹੜੇ ਦੇਹਰਾਦੂਨ ਤੋਂ 5 ਸ਼ੱਕੀ ਕਾਬੂ ਕੀਤੇ ਗਏ ਸੀ, ਲੱਗ ਰਿਹਾ ਉਸ ਦੇ ਨਾਲ ਇਹ ਪੂਰਾ ਮਾਮਲਾ ਜੁੜਿਆ ਹੋਇਆ ਹੈ, ਪਰ ਅਦਾਲਤ ਦੇ ਵਿੱਚ ਪੇਸ਼ ਕਰਕੇ 5 ਦਿਨ ਦੀ ਪੁਲਿਸ ਰਿਮਾਂਡ ਵੀ ਪੁਲਿਸ ਦੇ ਵੱਲੋਂ ਹਾਸਲ ਕਰ ਲਈ ਗਈ ਹੈ। ਮਨਪ੍ਰੀਤ ਸਿੰਘ ਨਾਮ ਦੇ ਸ਼ਖਸ ਨੂੰ ਕਾਬੂ ਕੀਤਾ ਗਿਆ। ਤੁਹਾਨੂੰ ਇਹ ਵੀ ਦੱਸ ਦਿਆ ਕਿ ਮਨਪ੍ਰੀਤ ਦੇ ਉੱਤੇ ਇਲਜ਼ਾਮ ਨੇ ਕਿ ਜਿਹੜੀਆਂ ਬੁਲੈਰੋ ਤੇ ਕਰੋਲਾ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ, ਉਹ ਮੁਹੱਈਆ ਕਰਵਾਈਆਂ ਗਈਆਂ ਨੇ ਮਨਪ੍ਰੀਤ ਸਿੰਘ ਦੇ ਵੱਲੋਂ, ਜਿਸ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ। ਤੇ ਹੁਣ ਰਿਮਾਂਡ ਦੇ ਉੱਤੇ ਵੀ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਤੇ ਇਸ ਸਭ ਦੇ ਵਿਚਾਲੇ ਖਬਰ ਇਹ ਵੀ ਕਿ ਪੁਲਿਸ ਦੇ ਵੱਲੋਂ ਦੋ ਜਿਹੜੇ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਵੀ ਮੁਲਜ਼ਮ ਲਿਆਂਦੇ ਗਏ ਨੇ, ਇੱਕ ਬਠਿੰਡਾ ਜੇਲ੍ਹ ਤੋਂ ਤੇ ਦੂਜਾ ਫਿਰੋਜ਼ਪੁਰ ਜੇਲ੍ਹ ਤੋਂ। ਉਹਨਾਂ ਨੂੰ ਵੀ ਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਿੱਧਾ ਰੁਖ ਕਰਦੇ ਮਨੋਜ ਰਾਠੀ ਇਸ ਸਮੇਂ ਸਾਡੇ ਨਾਲ ਸਾਡੇ ਸਹਿਯੋਗੀ ਫੋਨ ਲਾਈਨ ਦੇ ਉੱਤੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? देखो गौरव, पहली गिरफ्तारी हुई है, पहली कामयाबी ਅਸੀਂ ਕਹਿ ਸਕਦੇ ਹਾਂ ਪੰਜਾਬ ਪੁਲਿਸ ਦੀ, ਜਿਹਦੇ ਵਿੱਚ ਮਨਪ੍ਰੀਤ ਮੰਨਾ ਇਹ ਉਹ ਸ਼ਖਸ ਹੈ ਜਿਹੜੇ ਪੁਲਿਸ ਸੋਚੀ ਤੋਂ ਸਾਨੂੰ ਜਾਣਕਾਰੀ ਮਿਲੀ ਸੀ। ਇਹ ਉਹੀ ਬੰਦਾ ਹੈਗਾ ਮਨਪ੍ਰੀਤ ਮੰਨਾ, ਜਿਹਨੇ ਗੱਡੀ ਜਿਹੜੀ ਹੈ ਮੁਹੱਈਆ ਕਰਾਈ ਸੀ ਹਮਲਾਵਰਾਂ ਨੂੰ, ਕਰੋਲਾ ਤੇ ਬਲੈਰੋ। ਇਹ ਉਹੀ ਹੈ ਜਿਹਨੇ ਅਪਰਾਧਿਕ ਮਾਮਲੇ ਵੀ ਇਹਦੇ ਤੇ ਦਰਜ ਨੇ, ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਆ ਰਹੀ ਹੈ। ਤੇ ਪੁਲਿਸ ਨੂੰ ਜਿਹੜੀ ਲੀਡ ਸੀਗੀ, ਜਿਸ ਕਰਕੇ ਉੱਤਰਾਖੰਡ ਪੁਲਿਸ ਤੇ ਪੰਜਾਬ ਪੁਲਿਸ ਦੀ, ਉੱਤਰਾਖੰਡ ਦੀ ਜਿਹੜੀ ਐਸਟੀਐਫ ਹੈ ਤੇ ਪੰਜਾਬ ਪੁਲਿਸ ਦੀ ਟੈਕਨੀਕਲ ਜਿਹੜੀ ਟੀਮ ਹੈ, ਉਹਨਾਂ ਤੇ ਪਤਾ ਲੱਗਿਆ ਸੀਗਾ ਕਿ ਉੱਤਰਾਖੰਡ ਜਿਹੜਾ ਹੈਗਾ ਉਹ ਫਰਾਕ ਚ ਸੀਗੇ ਅੱਗੇ ਜਾਣ ਦੀ, ਤੇ ਜਿਹਨੂੰ ਕੱਲ ਹਿਰਾਸਤ ਚ ਲਿੱਤਾ ਸੀਗਾ। ਤੇ ਮਨਪ੍ਰੀਤ ਮੰਨਾ ਇੱਕ ਬਹੁਤ ਵੱਡੀ ਲੀਡ ਹੈ ਗੌਰਵ ਇਸ ਪੂਰੇ ਮਾਮਲੇ 'ਚ। ਮਨਪ੍ਰੀਤ ਮੰਨਾ ਉਹੀ ਸ਼ਖਸ ਹੈ ਜਿਹਨੇ ਪੂਰੇ ਹਮਲਾਵਰ ਨੂੰ ਗੱਡੀ ਮੁਹੱਈਆ ਕਰਾਈ ਸੀ ਤੇ ਉਹਦੇ ਨਾਲ ਕਈ ਹੋਰ ਵੀ ਚੀਜ਼ਾਂ ਮੁਹੱਈਆ ਕਰਾਈ ਸੀ, ਜਿਹਦਾ ਹੁਣ ਜਿਹੜਾ ਇਹਨਾਂ ਨੂੰ 5 ਦਿਨ ਦਾ ਜਿਹੜਾ ਰਿਮਾਂਡ ਦਿੱਤਾ ਹੈ, ਉਹਦੇ ਵਿੱਚ ਹੁਣ ਪੁੱਛਗਿੱਛ ਵਿੱਚ ਕਈ ਚੀਜ਼ਾਂ ਸਾਹਮਣੇ ਆਉਣਗੀ। ਕਿਉਂਕਿ ਇਹ ਸਾਰੀ ਜਿਹੜੀ ਗੇਮ ਹੈ, ਇਹ ਸਾਰਾ ਜਿਹੜਾ ਨੈਕਸਸ ਹੈ, ਉਹ ਕਿਤੇ ਨਾ ਕਿਤੇ ਪੂਰਾ ਗੈਂਗਸਟਰ ਜਿਹੜਾ ਹੈਗਾ ਕਨੈਕਸ਼ਨ ਸਾਹਮਣੇ ਆ ਰਿਹਾ। ਲਾਰੈਂਸ ਬਿਸ਼ਨੋਈ ਤੋਂ ਵੀ ਲਗਾਤਾਰ ਸਪੈਸ਼ਲ ਸੈੱਲ ਅੱਜ ਪੁੱਛਗਿੱਛ ਕਰ ਰਿਹਾ ਹੈ, ਉਹਦੇ ਵਿੱਚ ਵੀ ਕਈ ਚੀਜ਼ਾਂ ਸਾਹਮਣੇ ਆਉਣਗੀਆਂ। ਸ਼ਾਹਰੁਖ ਤੋਂ ਵੀ ਪੁੱਛਗਿੱਛ ਹੋਈ, ਲੇਕਿਨ ਮਨਪ੍ਰੀਤ ਮੰਨਾ ਕੌਣ ਹੈ ਇਹ ਵੀ ਤੁਹਾਨੂੰ ਦੱਸ ਦਈਏ। ਹੁਣ ਤੱਕ ਜਿਹੜੀ ਪੁਲਿਸ ਸੋਰਸਿਸ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਮਨਪ੍ਰੀਤ ਮੰਨਾ ਇੱਕ ਜਿਹੜਾ ਗੈਂਗ ਦਾ ਗੁਰਗਾ ਦੱਸਿਆ ਜਾ ਰਿਹਾ ਹੈ, ਕਿ ਬਾਹਰ ਰਹਿ ਕੇ, ਯਾਨੀ ਕਿ ਜੇਲ੍ਹ ਤੇ ਨਹੀਂ, ਬਾਹਰ ਰਹਿ ਕੇ ਇਹ ਪੂਰੀ ਚੀਜ਼ਾਂ ਮੁਹੱਈਆ ਕਰਾਉਂਦਾ ਸੀਗਾ। ਜਿਹੜੇ ਵੀ ਹਮਲਾਵਰ ਆਉਂਦੇ ਸੀ, ਜਿਹੜੇ ਸ਼ੂਟਰ ਆਉਂਦੇ ਸੀ, ਉਹਨਾਂ ਨੂੰ ਚੀਜ਼ਾਂ ਪ੍ਰੋਵਾਈਡ ਕਰਨਾ। ਚੀਜ਼ਾਂ ਕਿਸ ਤਰ੍ਹਾਂ ਦੀ? ਗੱਡੀ ਪ੍ਰੋਵਾਈਡ ਕਰਨਾ, ਉਹਨਾਂ ਨੂੰ ਰਹਿਣ ਨੂੰ, ਖਾਣ ਨੂੰ, ਪੀਣ ਨੂੰ। ਉਹਨਾਂ ਨੇ ਹੋਰ ਜਿਹੜੇ ਜਿੰਨੇ ਦਿਨ ਉਹਨਾਂ ਨੇ ਰੈਕੀ ਕਰਨੀ ਹੈ, ਉਹ ਰੈਕੀ ਕਰਕੇ ਕਰਦੇ ਹੋਏ ਕਿੱਥੇ ਉਹਨਾਂ ਨੇ ਰਹਿਣਾ ਹੈ, ਉਹਨਾਂ ਦੇ ਨਾਂ ਤੇ ਰੈਂਟ ਐਗਰੀਮੈਂਟ ਨਾ ਬਣਾ ਕੇ, ਆਪਣੇ ਨਾਂ ਤੇ ਜਾਂ ਹੋਰ ਕਿਸੇ ਦੇ ਨਾਂ ਤੇ ਰੈਂਟ ਐਗਰੀਮੈਂਟ ਬਣਾ ਕੇ ਉੱਥੇ ਪੂਰਾ ਉਹਨਾਂ ਨੂੰ ਮੁਹੱਈਆ ਕਰਾਉਣਾ ਚੀਜ਼ਾਂ। ਤੇ ਇਹ ਇਹਨਾਂ ਦਾ ਕੰਮ ਜਿਹੜਾ ਹੈਗਾ ਦੱਸਿਆ ਜਾ ਰਿਹਾ ਹੈ। ਮਨਪ੍ਰੀਤ ਮੰਨਾ ਇੱਕ ਬਹੁਤ ਸ਼ਾਤਿਰ ਜਿਹੜਾ ਦੱਸਿਆ ਰਿਹਾ ਹੈ ਕਿ ਸ਼ਾਤਿਰ ਅਪਰਾਧੀ ਦੱਸਿਆ ਜਾ ਰਿਹਾ ਹੈ, ਜਿਹਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਤੇ 5 ਦਿਨਾਂ ਦਾ ਜਿਹੜਾ ਰਿਮਾਂਡ ਹੈ ਉਹ ਲਿੱਤਾ ਗਿਆ। ਤੇ 5 ਦਿਨਾਂ ਦੇ ਰਿਮਾਂਡ 'ਚ ਹੁਣ ਪੁੱਛਗਿੱਛ ਕੀਤੀ ਜਾਏਗੀ ਕਿ ਆਖਿਰ ਕਿਹੜੇ ਲੋਕ ਸੀਗੇ, ਕਿਸ ਤਰ੍ਹਾਂ ਇਹ ਪੂਰਾ ਨੈਕਸਸ ਹੋਇਆ, ਕਿਸ ਤਰ੍ਹਾਂ ਦੀ ਗੱਡੀ ਜਿਹੜੀ ਹੈਗੀ ਉਹ ਮੁਹੱਈਆ ਕਰਾਈ ਗਈ, ਕਿਹੜੇ ਲੋਕ ਸੀਗੇ, ਕਿਹੜੇ ਹਮਲਾਵਰ ਸੀਗੇ, ਉੱਥੇ ਇਹਨਾਂ ਨੇ ਸ਼ੈਲਟਰ ਦਿੱਤੇ। ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਮਨਪ੍ਰੀਤ ਮੰਨਾ ਤੋਂ ਪੁੱਛਗਿੱਛ ਹੋਏਗੀ। ਇਹ ਸੇਮ ਕੇਸ ਸੀ ਜਿੱਦਾਂ ਮੋਹਾਲੀ ਅਟੈਕ 'ਚ ਹੋਇਆ ਸੀਗਾ ਗੌਰਵ। ਇਹ ਨਿਸ਼ਾਨ ਸਿੰਘ ਦੀ, ਜਿੱਦਾਂ ਇਹਨਾਂ ਨੇ ਨਿਸ਼ਾਨ ਸਿੰਘ ਨੇ ਸਾਰੀ ਚੀਜ਼ਾਂ ਪ੍ਰੋਵਾਈਡ ਕਰਾਈ ਵਾਲੇ ਦੇ ਕਦਮ ਨੀਚੇ ਮਨਪ੍ਰੀਤ ਮੰਨਾ ਇੱਕ ਵੱਡੀ ਲੀਡ ਹੈ, ਪੁਲਿਸ ਨੂੰ ਵੱਡੀ ਲੀਡ ਮਿਲੀ ਹੈ ਮਨਪ੍ਰੀਤ ਮੰਨਾ, ਜਿਹਦੇ ਹੁਣ ਪੁੱਛਗਿੱਛ ਵਿੱਚ ਕਈ ਚੀਜ਼ਾਂ ਸਾਹਮਣੇ ਆਉਣਗੀਆਂ। ਹਾਲਾਂਕਿ ਜਿੱਦਾਂ ਤੁਸੀਂ ਵੀ ਜਾਣਕਾਰੀ ਦਿੱਤੀ ਕਿ ਬਠਿੰਡਾ ਜੇਲ੍ਹ ਤੇ ਫਿਰੋਜ਼ਪੁਰ ਜੇਲ੍ਹ ਤੋਂ ਦੋ ਜਿਹੜੇ ਗੈਂਗਸਟਰ ਪ੍ਰੋਡਕਸ਼ਨ ਵਾਰੰਟ ਤੇ ਲਾਏ ਨੇ। ਅਸੀਂ ਪਹਿਲਾਂ ਵੀ ਸਵੇਰੇ ਜਾਣਕਾਰੀ ਦਿੱਤੀ ਸੀ ਕਿ ਹੁਣ ਪੰਜਾਬ ਪੁਲਿਸ ਵੱਡੇ ਜਿਹੜੇ ਗੈਂਗਸਟਰ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਕੋਲੋਂ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਉਹਨਾਂ ਕੋਲੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾਏਗੀ। ਕਿਉਂਕਿ ਵੱਡੀ ਲੀਡ ਜਿਹੜੀ ਹੈ, ਜਿਹੜੀ ਵੀ ਤਿਹਾੜ ਜੇਲ੍ਹ 'ਚ ਬੈਠੇ ਗੈਂਗਸਟਰ ਨੇ, ਕਾਲਾ ਜੇਠੜੀ, ਕਾਲਾ ਰਾਣਾ, ਜਿਹੜੇ ਲਾਰੈਂਸ ਦੇ ਖਾਸ ਨੇ, ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਤੇ ਪੁੱਛਗਿੱਛ ਵਿੱਚ ਕਈ ਚੀਜ਼ਾਂ ਸਾਹਮਣੇ ਆਈਆਂ। ਸਪੈਸ਼ਲ ਜਿਹੜਾ ਕ੍ਰਾਈਮ ਬ੍ਰਾਂਚ ਹੈ ਦਿੱਲੀ ਵੀ, ਉਹਨਾਂ ਦੀ ਪੁੱਛਗਿੱਛ ਵਿੱਚ ਕਈ ਚੀਜ਼ਾਂ ਸਾਹਮਣੇ ਆਈਆਂ ਤੇ ਉਹਨਾਂ ਨੇ ਪੰਜਾਬ ਪੁਲਿਸ ਨਾਲ ਸਾਂਝਾ ਕੀਤੀਆਂ ਤੇ ਉਸ ਤੋਂ ਬਾਅਦ ਹੁਣ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਪੰਜਾਬ ਪੁਲਿਸ ਜਲਦੀ ਦਿੱਲੀ ਸਾਈਬਰ ਜਿਹੜੀ ਕ੍ਰਾਈਮ ਬ੍ਰਾਂਚ ਹੈ ਉਹਨਾਂ ਦੇ ਨਾਲ ਮਿਲ ਕੇ ਹੁਣ ਲਾਰੈਂਸ ਬਿਸ਼ਨੋਈ ਤੇ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾਏਗੀ। 5 ਦਿਨ ਦੇ ਰਿਮਾਂਡ ਤੇ ਨੇ। ਲਾਰੈਂਸ ਬਿਸ਼ਨੋਈ ਨੂੰ ਵੀ ਸਪੈਸ਼ਲ ਕ੍ਰਾਈਮ ਬ੍ਰਾਂਚ ਜਿਹੜੀ ਹੈ ਉਹ ਲੈ ਕੇ ਗਈ ਹੈ। ਸਿੱਧੂ ਮੂਸੇਵਾਲੇ ਕੇਸ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਦੇ ਵੱਲੋਂ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਮਨਪ੍ਰੀਤ ਮੰਨਾ ਦੀ ਅਸੀਂ ਗੱਲ ਕਰ ਲਈਏ, ਮਨਪ੍ਰੀਤ ਮੰਨਾ ਇੱਕ ਵੱਡੀ ਲੀਡ ਹੈ ਪੁਲਿਸ ਵਾਸਤੇ। ਸਿੱਧੂ ਮੂਸੇਵਾਲੇ ਦੇ ਮਰਡਰ ਮਾਮਲੇ 'ਚ ਕਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ, ਕਿਸ ਤਰ੍ਹਾਂ ਰੈਕੀ ਕੀਤੀ ਗਈ, ਗੱਡੀਆਂ ਉੱਥੇ ਕਦ ਪਹੁੰਚੀਆਂ, ਕਿਉਂਕਿ
शाहरुख ने यह गल मनी है कि 2 महीने पहला भी इसी बलैरो गड्डी च सिद्धू मूसेवाले दे घर दी रैकी की गई थी, लेकिन उस टाइम जिहड़ा देखा गया सीगा सिक्योरिटी सी या होर कई चीज़ां जिहड़ियां वो काफी उत्थे सीगे, इस करके उन्होंने जिहड़ा प्लान है वो क्लोज कर दिता सीगा। लेकिन हुण जिहड़ा ये पूरा मर्डर होया, पूरा इंसीडेंट होया, इहदे विच मनप्रीत मन्ना एक बहुत बड़ी लीड जिहड़ी है पुलिस नूं मिली है, जिस करके 5 दिन का रिमांड लिता गया ते पुछगिछ जिहड़ी वो कीती जाएगी। गौरव ठीक है मनोज, साडे नाल बने रहो, ਅਸੀਂ ਤੁਹਾਡੇ ਕੋਲ ਵਾਪਸ ਆਉਂਦੇ ਹਾਂ ਤੇ ਇਸ ਸਭ ਦੇ ਵਿੱਚ ਵਾਲੇ ਮਾਨਸਾ ਤੋਂ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਵੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਰਹੇ ਨੇ, ਉਹਨਾਂ ਦਾ ਰੁਖ ਕਰਦੇ ਹਾਂ। ਬਲਦੇਵ, ਜਾਣਨਾ ਚਾਹਾਂਗੇ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਜੋ ਪੁਲਿਸ ਦੇ ਵੱਲੋਂ ਇਸ ਸਮੇਂ ਇਸ ਪਹਿਲੀ ਗ੍ਰਿਫਤਾਰੀ ਨੂੰ ਲੈ ਕੇ ਕੀ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ। जी गौरव, बेशक इस मामले ਨੂੰ ਲੈ ਕੇ ਐਸਆਈਟੀ ਬਣਾਈ ਗਈ ਹੈ, ਪਰ ਪੁਲਿਸ ਅਧਿਕਾਰੀਆਂ ਤੋਂ ਪਤਾ ਲੱਗਿਆ ਕਿ ਇੱਕ ਦੇਹਰਾਦੂਨ ਤੋਂ ਮਨਪ੍ਰੀਤ ਨਾਮ ਦਾ ਬੰਦਾ ਹੈ ਜਿਹੜਾ ਉਹ ਕੋਰਟ 'ਚ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਫਿਰੋਜ਼ਪੁਰ ਤੇ ਬਠਿੰਡਾ ਤੋਂ 2 ਲੋਕਲ ਗੈਂਗਸਟਰ ਨੇ ਜਿਹੜੇ ਉਹਨਾਂ ਨੂੰ ਲਿਆ ਕੇ ਪ੍ਰੋਡਕਸ਼ਨ ਬਰੰਟ ਤੇ ਮਾਨਸਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਕਿਤੇ ਨਾ ਕਿਤੇ ਹੁਣ ਪੁਲਿਸ ਹਰਕਤ 'ਚ ਆਈ ਹੈ, ਜਿਵੇਂ ਹੀ ਸੰਸਕਾਰ ਹੁੰਦਾ ਹੈ ਤਾਂ ਪੁਲਿਸ ਵੀ ਹਰਕਤ 'ਚ ਆਈ ਹੈ। ਉਹਨਾਂ ਨੇ 3 ਜਿਹੜੇ ਬੰਦੇ ਹੈ ਇਸ ਮਾਮਲੇ ਨਾਲ ਕੋਈ ਕੜੀ ਜੁੜਦੀ ਹੋਣੀ ਹੈ, ਉਹਨਾਂ ਨੂੰ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਤੇ ਰਿਮਾਂਡ ਹਾਸਲ ਕੀਤਾ। ਰਿਮਾਂਡ ਦੇ ਵਿੱਚ ਸਿੱਧੂ ਮੂਸੇਵਾਲੇ ਕੇਸ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ, ਇਸ ਦਾ ਇੰਤਜ਼ਾਰ ਸਾਨੂੰ ਰਹੇਗਾ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਨਸਾ ਦੇ ਵਿੱਚ ਅਦਾਲਤ 'ਚ ਪੇਸ਼ ਕੀਤਾ ਤੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਗੌਰਵ, ਠੀਕ ਹੈ, ਤਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ 5-5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਇੱਕ ਗ੍ਰਿਫਤਾਰੀ ਹੋਈ ਹੈ ਉੱਤਰਾਖੰਡ ਤੋਂ ਮਨਪ੍ਰੀਤ ਨਾਮ ਦੇ ਸ਼ਖਸ ਦੀ, ਜਿਸ ਦੇ ਉੱਤੇ ਇਲਜ਼ਾਮ ਨੇ ਕਿ ਉਸਨੇ ਕਰੋਲਾ ਗੱਡੀ ਮੁਹੱਈਆ ਕਰਵਾਈ, ਬਲੈਰੋ ਗੱਡੀ ਮੁਹੱਈਆ ਕਰਵਾਈ ਔਰ ਦੂਜੇ ਪਾਸੇ ਬਠਿੰਡਾ ਤੇ ਫਿਰੋਜ਼ਪੁਰ ਤੋਂ ਵੀ ਜਿਹੜੇ 2 ਗੈਂਗਸਟਰਸ ਨੇ ਉਹ ਲੈ ਕੇ ਪੁਲਿਸ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਆਈ ਹੈ। ਉਹਨਾਂ ਦਾ ਵੀ 5-5 ਦਿਨ ਦਾ ਜ਼ਰੂਰ ਰਿਮਾਂਡ ਪੁਲਿਸ ਨੂੰ ਮਿਲਿਆ ਤੇ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਏਗੀ। ਤੇ ਮਨਪ੍ਰੀਤ ਇਸ ਸਮੇਂ ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਵੱਡਾ ਲੀਡ ਉਸ ਨੂੰ ਕਿਹਾ ਜਾ ਰਿਹਾ, ਜਿਵੇਂ ਮਨੋਜ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ। ਤਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਇਹ ਪਹਿਲੀ ਗ੍ਰਿਫਤਾਰੀ ਹੈ। ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੈ ਮਨਪ੍ਰੀਤ ਸਿੰਘ ਨਾਮ ਦੇ ਸ਼ਖਸ ਦੀ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉੱਤਰਾਖੰਡ ਤੋਂ, ਦੇਹਰਾਦੂਨ ਤੋਂ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। गैंगस्टर 2 ਵੱਡੀਆਂ ਖਬਰਾਂ ਇਸ ਸਮੇਂ ਦੀਆਂ। ਇੱਕ ਕਿ ਪਹਿਲੀ ਗ੍ਰਿਫਤਾਰੀ ਹੋਈ ਹੈ ਇਸ ਪੂਰੇ ਮਾਮਲੇ ਦੇ ਵਿੱਚ, ਮਾਨਸਾ ਪੁਲਿਸ ਨੇ ਗ੍ਰਿਫਤਾਰ ਕੀਤਾ ਮਨਪ੍ਰੀਤ ਨਾਮ ਦੇ ਸ਼ਖਸ ਨੂੰ। ਤੇ ਦੂਜਾ ਤੁਹਾਨੂੰ ਦੱਸ ਦਈਏ ਕਿ 2 ਜਿਹੜੇ ਗੈਂਗਸਟਰ ਨੇ ਉਹ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਆਈ ਹੈ ਪੁਲਿਸ। ਇੱਕ ਉਹਨਾਂ ਦੇ ਵਿੱਚੋਂ ਹੈ ਬਠਿੰਡਾ ਜੇਲ੍ਹ ਤੋਂ ਲਿਆਂਦਾ ਗਿਆ ਤੇ ਦੂਜਾ ਫਿਰੋਜ਼ਪੁਰ ਜੇਲ੍ਹ ਤੋਂ। ਮਨੋਜ ਰਾਠੀ ਲਗਾਤਾਰ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ, ਮੈਂ ਇੱਕ ਵਾਰ ਫਿਰ ਤੋਂ ਰੁਕ ਕਰਦਾ। ਮਨੋਜ ਸਾਡੇ ਸਹਿਯੋਗੀ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ। ਮਨੋਜ, ਮਨਪ੍ਰੀਤ ਇੱਕ ਵੱਡੀ ਲੀਡ ਕਿਹਾ ਜਾ ਰਿਹਾ ਹੈ, ਪਰ ਮਨਪ੍ਰੀਤ ਉੱਤਰਾਖੰਡ ਦੇ ਵਿੱਚ ਸੀ ਤੇ ਉੱਤਰਾਖੰਡ ਦੇ ਵਿੱਚ ਜ਼ਿਕਰ ਹੋ ਰਿਹਾ ਕਿ ਉੱਥੇ 5 ਲੋਕ 5 ਜਿਹੜੇ ਸ਼ੱਕੀ ਕਾਬੂ ਕੀਤੇ ਗਏ ਸੀ, ਕਿ ਉਹਨਾਂ ਦੇ ਵਿੱਚੋਂ ਇੱਕ ਹੈ ਮਨਪ੍ਰੀਤ। ਤਾਂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਇਸ ਸਮੇਂ ਦੀ ਵੱਡੀ ਖਬਰ ਹੈ। ਮਨੋਜ ਰਾਠੀ ਨਾਲ ਸਾਡਾ ਸੰਪਰਕ ਟੁੱਟਿਆ, ਦੁਬਾਰਾ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਵਾਰ ਗੱਲਬਾਤ ਉਹਨਾਂ ਦੇ ਨਾਲ ਕਰਨ ਦੀ। ਤੇ ਦੂਜੇ ਪਾਸੇ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਬਲਦੇਵ ਸਾਡੇ ਨਾਲ ਸਾਡੇ ਸਹਿਯੋਗੀ ਮਾਨਸਾ ਤੋਂ ਜੁੜਨਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮੈਂ ਦੁਬਾਰਾ ਮਨੋਜ ਦਾ ਰੁਖ ਕਰਦਾ। ਮਨੋਜ, 5 ਲੋਕ ਹਿਰਾਸਤ ਵਿੱਚ ਲਏ ਗਏ ਸੀ, ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਉੱਤਰਾਖੰਡ ਪੁਲਿਸ ਨੇ ਹਵਾਲੇ ਕੀਤੇ ਨੇ ਪੰਜਾਬ ਪੁਲਿਸ ਦੇ। ਉਹ ਕੁਝ ਤਸਵੀਰਾਂ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਤਾਂ ਕਿ ਉਹਨਾਂ ਦੇ ਵਿੱਚੋਂ ਇੱਕ ਮਨਪ੍ਰੀਤ ਸਿੰਘ ਹੈ ਜਾਂ ਇਹ ਪੂਰੀ ਗ੍ਰਿਫਤਾਰੀ ਕੋਈ ਵੱਖਰੀ ਹੋਈ ਹੈ? देखो गौरव, ਹੁਣ ਤੱਕ ਦੀ ਜਿਹੜੀ ਸਾਡੇ ਸੋਰਸ ਦੱਸ ਰਹੇ ਨੇ ਕਿ ਇਹ ਜਿਹੜੀ ਗ੍ਰਿਫਤਾਰੀ ਹੋਈ ਹੈ ਮਨਪ੍ਰੀਤ ਮੰਨਾ, ਇਹਦਾ ਪੂਰਾ ਨਾਮ ਹੈਗਾ ਮਨਪ੍ਰੀਤ ਮੰਨਾ। ਹਾਲਾਂਕਿ ਕੱਲ ਜਿਹੜੀ ਵੀ ਇਹ ਆਪਰੇਸ਼ਨ ਹੋਇਆ ਸੀਗਾ ਉੱਤਰਾਖੰਡ ਦੀ ਐਸਟੀਐਫ ਪੁਲਿਸ ਤੇ ਪੰਜਾਬ ਪੁਲਿਸ ਨੂੰ ਇਹ ਮਿਲ ਕੇ ਜਿਹੜਾ ਆਪਰੇਸ਼ਨ ਕੀਤਾ ਸੀਗਾ, ਜਿਹਦੇ ਵਿੱਚ ਹੁਣ ਤੱਕ ਦੇ ਜਿਹੜੇ ਪੁਲਿਸ ਸੋਰਸ ਦੱਸ ਰਹੇ ਨੇ ਕਿ ਮਨਪ੍ਰੀਤ ਮੰਨਾ ਆਪਣੇ ਹੋਰ ਸਾਥੀਆਂ ਨਾਲ ਸੀਗਾ, ਲੇਕਿਨ ਉਹਨਾਂ ਦਾ ਹਜੇ ਤੱਕ ਇਸ ਕੇਸ 'ਚ ਕੋਈ ਲੈਣਾ ਦੇਣਾ ਨਹੀਂ ਆਇਆ। ਲੇਕਿਨ ਮਨਪ੍ਰੀਤ ਮੰਨਾ ਜਿਹੜਾ ਹੈਗਾ ਉਹ ਇੰਪੋਰਟੈਂਟ ਸੀਗਾ, ਉਹਦੀ ਲੀਡ ਜਿਹੜੀ ਹੈ ਪੁਲਿਸ ਨੂੰ ਮਿਲੀ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉੱਤਰਾਖੰਡ ਪੁਲਿਸ ਦੀ ਮਦਦ ਨਾਲ ਆਪਰੇਸ਼ਨ ਕੀਤਾ ਤੇ ਮਨਪ੍ਰੀਤ ਮੰਨਾ ਜਿਹੜਾ ਮੇਨ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ, ਮਨਪ੍ਰੀਤ ਮੰਨਾ ਉਹੀ ਹੈ ਜਿਹਨੇ ਇਹ ਸਾਰੀ ਚੀਜ਼ਾਂ ਪ੍ਰੋਵਾਈਡ ਕਰੀ, ਜਿਹਨੂੰ 5 ਦਿਨ ਦੇ ਰਿਮਾਂਡ ਤੇ ਲਿੱਤਾ ਹੈ। ਹਾਲਾਂਕਿ ਇਹਦੇ ਵਿੱਚ 3-4 ਮੁੰਡੇ ਜਿਹੜਾ ਹੈ ਬਲੈਰੋ ਗੱਡੀ 'ਚ ਜਾ ਰਹੇ ਸੀਗੇ, ਜਿਨ੍ਹਾਂ ਨੂੰ
ਉੱਥੇ ਹਿਰਾਸਤ 'ਚ ਲਿੱਤਾ ਗਿਆ, ਡਿਟੇਨ ਕੀਤਾ ਗਿਆ। ਉਸ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਵਿੱਚ ਮਨਪ੍ਰੀਤ ਮੰਨਾ, ਕਿਉਂਕਿ ਪਹਿਲਾਂ ਤੋਂ ਹੀ ਪੁਲਿਸ ਕੋਲ ਲੀਡ ਸੀ। ਲੀਡ ਕਿੱਥੋਂ ਮਿਲੀ? ਪੁਲਿਸ ਨੂੰ ਤਿਹਾੜ ਜੇਲ੍ਹ ਤੋਂ ਲੀਡ ਮਿਲੀ ਸੀਗੀ। ਪੁਲਿਸ ਸੋਰਸਿਸ ਜਿਹੜੇ ਦੱਸ ਰਹੇ, ਜਾਣਕਾਰੀ ਦੇ ਰਹੇ ਨੇ ਕਿ ਤਿਹਾੜ ਜੇਲ੍ਹ ਤੋਂ ਸ਼ਾਹਰੁਖ ਤੋਂ ਪੁੱਛਗਿੱਛ ਮਨਪ੍ਰੀਤ ਮੰਨਾ ਦਾ ਨਾਂ ਸਾਹਮਣੇ ਆਇਆ ਸੀਗਾ ਕਿ ਉਹਨੇ ਗੱਡੀਆਂ ਮੁਹੱਈਆ ਕਰਾਈ ਸੀ। ਅੱਜ ਵੀ ਜਿਹੜਾ ਜਿਸ ਦਿਨ ਮਰਡਰ ਹੋਇਆ ਉਸ ਦਿਨ ਵੀ ਤੇ 2 ਮਹੀਨੇ ਪਹਿਲਾਂ ਵੀ ਮਨਪ੍ਰੀਤ ਮੰਨੇ ਦਾ ਨਾਂ ਸਾਹਮਣੇ ਆ ਰਿਹਾ ਕਿ ਉਹਨੇ ਗੱਡੀਆਂ ਜਿਹੜੀਆਂ ਮੁਹੱਈਆ ਕਰਾਈ ਹੈ, ਖਾਣ ਪੀਣ ਨੂੰ ਲੈ ਕੇ ਹੋਰ ਵੀ ਚੀਜ਼ਾਂ ਉਹਨੇ ਮੁਹੱਈਆ ਕਰਾਈ ਹੈ। ਇਸ ਕਰਕੇ ਉਹ ਸਾਰੀ ਜਿਹੜੀ ਹੈ ਪੁਲਿਸ ਦੀ ਪੂਰੀ ਇੱਕ ਸੀਕ੍ਰੇਟ ਆਪਰੇਸ਼ਨ ਜਿਹੜੀ ਹੈ ਪੂਰੀ ਰੇਡ ਕੀਤੀ ਗਈ, ਜਿਸ ਕਰਕੇ ਮਨਪ੍ਰੀਤ ਮੰਨਾ ਨੂੰ ਉੱਤਰ ਲੈ ਕੇ ਆਇਆ ਗਿਆ। ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹੀ ਮਨਪ੍ਰੀਤ ਮੰਨਾ ਹੈ ਜਿਹਨੇ ਗੱਡੀਆਂ ਮੁਹੱਈਆ ਕਰਾਈ, ਗੈਂਗਸਟਰ ਦਾ ਸਾਥ ਦਿੱਤਾ, ਹਮਲਾਵਰਾਂ ਦਾ ਸਾਥ ਦਿੱਤਾ। ਉਹਨਾਂ ਕੋਲੋਂ ਸਾਰੀ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ। 5 ਦਿਨ ਦਾ ਜਿਹੜਾ ਮਨਪ੍ਰੀਤ ਮੰਨਾ ਦਾ ਨਾਂ ਜਿਹੜਾ ਰਿਮਾਂਡ ਲਿੱਤਾ ਗਿਆ, ਉਹਦੇ ਵਿੱਚ ਕਈ ਚੀਜ਼ਾਂ ਸਾਹਮਣੇ ਆ ਰਹੀ। ਮਨਪ੍ਰੀਤ ਮੰਨਾ ਦਾ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਗੌਰਵ ਸਾਹਮਣੇ ਆ ਰਿਹਾ, ਯਾਨੀ ਕਿ ਇਹ ਜਿਹੜੀ ਵੀ ਬੈਡ ਅਨਸਰ ਸੀਗੇ, ਕ੍ਰਿਮੀਨਲ ਐਕਟੀਵਿਟੀ ਸੀਗੀ, ਉਹਦੇ ਵਿੱਚ ਮਨਪ੍ਰੀਤ ਮੰਨਾ ਇੱਕ ਬਹੁਤ ਇੰਪੋਰਟੈਂਟ ਜਿਹੜੀ ਲੀਡ ਹੈ ਉਹ ਪੁਲਿਸ ਨੂੰ ਮਿਲੀ ਹੈ। ਪਹਿਲੀ ਗ੍ਰਿਫਤਾਰੀ ਦੇ ਵਿੱਚ ਹੋਈ ਹੈ ਤੇ ਪ੍ਰੋਡਕਸ਼ਨ ਵਾਰੰਟ ਤੇ ਜਿਹੜੇ ਲੈ ਕੇ ਆਏ ਨੇ ਉਹਨਾਂ ਬਾਰੇ ਵੀ ਦੱਸ ਦਈਏ ਕਿ ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਨੇ, ਪੁਖਤਾ ਸੋਰਸਿਸ ਜਿਹੜੇ ਦੱਸ ਰਹੇ ਨੇ ਕਿ ਪੁੱਛਗਿੱਛ ਵਿੱਚ ਜਿਹੜੇ ਸ਼ਾਹਰੁਖ ਤੋਂ ਪੁੱਛਗਿੱਛ ਹੋਈ ਹੈ ਉਹਦੇ ਵਿੱਚ ਬਠਿੰਡਾ ਤੇ ਫਿਰੋਜ਼ਪੁਰ ਜੇਲ੍ਹ 'ਚ ਬੈਠੇ ਜਿਹੜੇ ਗੈਂਗਸਟਰ ਲੈ ਕੇ ਆਏ ਹੈ, ਸ਼ਰਤ ਤੇ ਇੱਕ ਹੋਰ, ਉਹਦੇ ਵੀ ਲੀਡ ਮਿਲੀ ਹੈ ਪੁਲਿਸ ਨੂੰ। ਉਹਦੇ ਵੀ ਕਈ ਚੀਜ਼ਾਂ ਪੁਲਿਸ ਨੂੰ ਮਿਲੀ ਹੈ, ਜਿਸ ਕਰਕੇ ਪੁਲਿਸ ਉਨ ਗੈਂਗਸਟਰਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ। ਤੇ ਰਿਮਾਂਡ ਦੌਰਾਨ ਕਈ ਚੀਜ਼ਾਂ ਸਾਹਮਣੇ ਆਣਗੀਆਂ। ਸਿੱਧੂ ਮੂਸੇਵਾਲੇ ਦੇ ਮਰਡਰ ਦੀ ਸਾਜ਼ਿਸ਼, ਸਿੱਧੂ ਮੂਸੇਵਾਲੇ ਦੀ ਮਰਡਰ ਦੀ ਪਲੈਨਿੰਗ ਕਿਸ ਤਰ੍ਹਾਂ ਹੋਈ, ਕਿੰਨੇ ਦਿਨ ਪਹਿਲਾਂ ਹੋਈ, ਕਿਹੜੇ ਲੋਕ ਸ਼ਾਮਿਲ ਸੀਗੇ, ਕਿਆ ਅਸਲ 'ਚ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਹੋਰ ਕੋਈ ਸਾਰੀ ਕਹਾਣੀ ਹੈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਕਿਉਂਕਿ ਇਹ ਗੁੱਥੀ ਜਿਹੜੀ ਹੈ ਹਜੇ ਸੁਲਝੀ ਨਹੀਂ ਹੈ ਗੌਰਵ, ਇਹ ਵੀ ਸਮਝਣ ਦੀ ਲੋੜ ਹੈ। ਇਹ ਲਾਰੈਂਸ ਬਿਸ਼ਨੋਈ ਹਾਲਾਂਕਿ ਰਿਸਪੌਂਸਿਬਿਲਿਟੀ ਜ਼ਰੂਰ ਲੈ ਰਿਹਾ, ਲੇਕਿਨ ਇਹਦੇ ਵਿੱਚ ਕਈ ਚੀਜ਼ਾਂ ਨੇ, ਕਈ ਇਸ ਤਰ੍ਹਾਂ ਦੇ ਰਾਜ ਨੇ ਕਿ ਜਿਹੜਾ ਸਿੱਧੂ ਮੂਸੇਵਾਲੇ ਦੇ ਮਰਡਰ ਨਾਲ ਜੁੜਦੇ ਨੇ। ਕਈ ਗੈਂਗਸਟਰ ਇਸ ਤਰ੍ਹਾਂ ਦੇ ਹੈਗੇ ਜੋ ਕਿ ਪੂਰੇ ਵਾਰਦਾਤ ਜਿਹੜੀ ਹੋਈ ਹੈ ਇਹਦੇ ਵਿੱਚ ਜੁੜਦੇ ਨਜ਼ਰ ਆ ਰਹੇ ਨੇ। ਇਸ ਕਰਕੇ ਜਿਹੜੇ ਵੱਡੇ ਗੈਂਗਸਟਰ ਨੇ ਬਠਿੰਡਾ ਫਿਰੋਜ਼ਪੁਰ ਜੇਲ੍ਹ 'ਚ ਜਿਹੜੇ 2 ਗੈਂਗਸਟਰ ਆਏ ਹੈ ਉਹਨਾਂ ਮਿਲੀ ਹੈ। ਇਸ ਕਰਕੇ ਪੁਲਿਸ ਉਹਨਾਂ ਨੂੰ ਦੋਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ ਤੇ ਪੁਲਿਸ ਦਾ ਮੰਨਣਾ, ਜਿਹੜੇ ਪੁਲਿਸ ਸਾਡੇ ਸੋਰਸਿਸ ਦੱਸ ਰਹੇ ਨੇ ਕਿ ਉਹਨਾਂ ਤੇ ਵੀ ਕਈ ਵੱਡੀ ਲੀਡ ਜਿਹੜੀ ਹੈ ਮੂਸੇਵਾਲੇ ਦੇ ਮਰਡਰ ਮਾਮਲੇ 'ਚ ਹੋ ਸਕਦੀ ਹੈ, ਕਿਉਂਕਿ ਮਨਪ੍ਰੀਤ ਮੰਨਾ ਦਾ ਨਾਂ ਇਸ ਕਰਕੇ ਸਾਹਮਣੇ ਆਇਆ ਕਿ ਦਿੱਲੀ ਕ੍ਰਾਈਮ ਬ੍ਰਾਂਚ ਦਿੱਲੀ ਸਾਈਬਰ ਜਿਹੜੀ ਕ੍ਰਾਈਮ ਬ੍ਰਾਂਚ ਹੈ ਉਹਨਾਂ ਤੇ ਪੁੱਛਗਿੱਛ ਵਿੱਚ ਇਹਨਾਂ ਦਾ ਨਾਂ ਸਾਹਮਣੇ ਆਇਆ ਸੀਗਾ, ਜਿਸ ਤੋਂ ਬਾਅਦ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ ਮਨਪ੍ਰੀਤ ਮੰਨਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਮਾਨਸਾ ਲਾਇਆ ਗਿਆ। ਮਾਨਸਾ ਤੇ ਪ੍ਰੋਡਕਸ਼ਨ ਜਿਹੜੇ 2 ਹੋਰ ਪ੍ਰੋਡਕਸ਼ਨ ਵਾਰੰਟ ਤੇ ਲਾਏ ਗਏ ਤੇ ਸਾਰਿਆਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਤੇ 5 ਦਿਨਾਂ ਦਾ ਜਿਹੜਾ ਰਿਮਾਂਡ ਹੈ ਉਹ ਲੈ ਕੇ ਹੁਣ ਪੁੱਛਗਿੱਛ ਜਿਹੜੀ ਹੈ ਸ਼ੁਰੂ ਹੋ ਗਈ ਤੇ ਪੁਲਿਸ ਨੂੰ ਹੋਰ ਅੱਗੇ ਤੋਂ ਅੱਗੇ ਲੀਡ ਮਿਲ ਰਹੀ ਹੈ। ਰਾਜਸਥਾਨ ਵੀ ਗਈ ਹੋਈ ਹੈ 2 ਟੀਮਾਂ, ਗੌਰਵ ਅਸੀਂ ਪਹਿਲਾਂ ਨੇ ਦੱਸਿਆ ਸੀਗਾ ਕਿ ਰਾਜਸਥਾਨ 2 ਟੀਮਾਂ ਗਈ ਹੋਈ ਹੈ, ਉਹਦੇ ਵਿੱਚ ਵੀ ਪੁਲਿਸ ਨੂੰ ਵੱਡੀ ਲੀਡ ਹੈ। ਹਮਲਾਵਰ ਜਿਹੜੇ ਹੈ ਉਹ ਕਿਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿੱਥੇ ਚੇਂਜ ਹੋ ਜਾਂਦੇ ਨੇ, ਗੱਡੀਆਂ ਸਨੈਚ ਕਰਕੇ ਅੱਗੇ ਤੋਂ ਅੱਗੇ ਉਹ ਰਾਜਸਥਾਨ ਭੱਜ ਜਾਂਦੇ ਨੇ, ਬਾਰਡਰ ਏਰੀਆ ਕ੍ਰਾਸ ਕਰਕੇ ਉਹ ਰਾਜਸਥਾਨ ਉਹਨਾਂ ਨੇ ਕ੍ਰਾਸ ਕਰ ਲਿਆ। ਉੱਥੇ ਵੀ ਪੁਲਿਸ ਨੂੰ ਲੀਡ ਹੈ ਕਿ ਜਿਹੜੇ ਹਮਲਾਵਰ ਨੇ, ਜਿਹੜੇ ਬਦਮਾਸ਼ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਰਾਜਸਥਾਨ ਭੱਜੇ ਹੈ। ਹਾਲਾਂਕਿ 2 ਟੀਮਾਂ ਪੁਲਿਸ ਦੀ ਉੱਥੇ ਗਈ ਹੋਈ ਹੈ। ਉਹ ਕੂਬ ਸਪੈਸ਼ਲ ਆਪਰੇਸ਼ਨ ਸੈੱਲ ਜਿਹੜੀ SIT ਹੈ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ DGP ਵੱਲੋਂ ਬਣਾਈ ਗਈ ਹੈ, ਇਹ ਸਾਰੀ ਟੀਮਾਂ ਹੁਣ ਕੰਮ ਕਰ ਰਹੀ ਹੈ ਤੇ ਪੁਲਿਸ ਪਹਿਲੀ ਜਿਹੜੀ ਕਾਮਯਾਬੀ ਹੈ ਉਹ ਜ਼ਰੂਰ ਪੁਲਿਸ ਨੂੰ ਮਿਲੀ ਹੈ, ਜਿਹਦੇ ਵਿੱਚ ਹੁਣ ਪੁਲਿਸ ਕੰਮ ਕਰਦੀ ਨਜ਼ਰ ਆ ਰਹੀ ਹੈ। ਗੌਰਵ ਠੀਕ ਹੈ ਮਨੋਜ, ਸਾਡੇ ਨਾਲ ਬਣੇ ਰਹੋ। ਇੱਕ ਵਾਰ ਮੈਂ ਫਿਰ ਤੋਂ ਰੁਕ ਕਰਦਾ। ਬਲਦੇਵ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਮਾਨਸਾ ਤੋਂ ਲਗਾਤਾਰ ਸਾਡੇ ਨਾਲ ਨੇ। ਬਲਦੇਵ, ਉੱਤਰਾਖੰਡ ਤੋਂ ਗ੍ਰਿਫਤਾਰੀ ਹੁੰਦੀ ਹੈ ਤੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। 2 ਗੈਂਗਸਟਰਸ ਪ੍ਰੋਡਕਸ਼ਨ ਵਾਰੰਟ ਤੇ ਵੀ ਪੁਲਿਸ ਲੈ ਕੇ ਆਈ ਹੈ, ਪਰ ਜੋ ਜਾਣਕਾਰੀ ਪਿਛਲੇ 24-36 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲकांड ਤੋਂ ਬਾਅਦ ਸਾਹਮਣੇ ਆਈ, ਉਸ ਦੇ ਵਿੱਚ ਲਗਾਤਾਰ ਇਹ ਜ਼ਿਕਰ ਹੋ ਰਿਹਾ ਸੀ ਕਿ ਜਿਹੜੇ ਸ਼ੱਕੀ ਨੇ ਉਹ ਡਿਟੇਨ ਕੀਤੇ ਗਏ ਨੇ। 12-15 ਦਾ ਜ਼ਿਕਰ ਹੋ ਰਿਹਾ ਸੀ ਕਿ 12 ਤੋਂ ਜ਼ਿਆਦਾ ਜਿਹੜੇ ਸ਼ੱਕੀ ਨੇ ਉਹ ਡਿਟੇਨ ਕੀਤੇ ਗਏ ਨੇ, ਤਾਂ ਕਿ ਜਿਹੜੇ ਸ਼ੱਕੀ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ। ਕੋਈ ਜਾਣਕਾਰੀ ਕਿ ਸਿਰਫ ਇੱਕੋ ਗ੍ਰਿਫਤਾਰੀ ਹੁਣ ਤੱਕ ਪੁਲਿਸ ਨੇ ਦਿਖਾਈ ਹੈ? बलदेव, आवाज आ रही है मेरी? चलो दोबारा कोशिश करेंगे एक बार फिर। तो मैं मनोज का रुख करते हैं। मनोज, जी गिरफ्तारी हुई है इसका मतलब सीधा यह कढ़िया जाए कि अजय लॉजिस्टिक्स मुहैया करवाने वाले मनप्रीत को गिरफ्तार करने च पुलिस कामयाब हुई है, पर जिन्हां दे वल्लों इस वारदात को अंजाम दिता गया, वारदात दे विच किन्ने लोग शामिल सन, किहड़े हथियारां दी वरतों कीती गई ते ओह कित्थे गए, कित्थों आए सी, कौन कौन ने, कित्थों दे रहण वाले ने, ये सारे पुलिस के सामने सवाल अजे भी बरकरार ने। सवाल जेडे हैं जरूर बरकरार ने, क्योंकि असल जेडे हमलावर ने वो अजे तक गिरफ्तार नहीं हुए। ये बड़ा दूसरी गल 48 घंटे तो भी बहुत समा हो चले, लेकिन अजे तक हमलावर जेडे उन्होंने गिरफ्तारी नहीं हुई है। हालांकि ये जेडी लीड मान के चल सकते हैं कि
ਇਹ ਸਾਰੀ ਚੀਜ਼ਾਂ ਮੁਹੱਈਆ ਕਰਾਉਣ ਵਾਲਾ, ਲੌਜਿਸਟਿਕ ਚੀਜ਼ਾਂ ਪ੍ਰੋਵਾਈਡ ਕਰਨ ਵਾਲਾ ਜਿਹੜਾ ਮਨਪ੍ਰੀਤ ਮੰਨਾ ਹੈ, ਹਾਲਾਂਕਿ ਉਹਨੂੰ ਜਦੋਂ ਅਰੈਸਟ ਕਰ ਲਿਆ ਤੇ ਇਹ ਵੀ ਸਾਡੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਉਸ ਤੋਂ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ, ਕਿਉਂਕਿ ਇਹ ਜਿਹੜੇ ਵੀ ਸ਼ੂਟਰ ਆਏ ਸੀਗੇ, ਹਮਲਾਵਰ ਆਏ ਸੀਗੇ, ਕਿਤੇ ਨਾ ਕਿਤੇ ਇਹ ਸਾਰੇ ਆਪਸ 'ਚ ਜੁੜੇ ਹੋਏ ਨੇ। ਕਿਸ ਤਰ੍ਹਾਂ ਦਾ ਨੈਕਸਸ ਚੱਲਦਾ ਹੈ, ਕਿਸ ਤਰ੍ਹਾਂ ਗੈਂਗਸਟਰਾਂ ਦਾ ਜਿਹੜਾ ਨੈਕਸਸ ਚੱਲਦਾ ਹੈ, ਇਸ ਨੂੰ ਲੈ ਕੇ ਹੁਣ ਪੁਲਿਸ ਕੰਮ ਕਰ ਰਹੀ ਹੈ। ਮਨਪ੍ਰੀਤ ਮੰਨਾ ਤੋਂ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਆਖਿਰ ਜਿਹੜੇ ਵੀ ਹਮਲਾਵਰ ਸੀਗੇ ਉਹ ਕੌਣ ਸੀ, ਕਿਹੜੇ ਉਹਨਾਂ ਦੇ ਨਾਂ ਨੇ, ਕਿੱਥੇ ਦੇ ਰਹਿਣ ਵਾਲੇ ਨੇ, ਕਿੱਥੇ ਉਹ ਗਏ, ਕਿੱਥੋਂ ਆਏ ਸੀ, ਕਿੰਨੇ ਦਿਨਾਂ ਤੋਂ ਇਹ ਰੈਕੀ ਚੱਲ ਰਹੀ ਸੀ, ਕਿੰਨੇ ਦਿਨਾਂ ਤੋਂ ਤੁਹਾਡੀ ਗੱਡੀਆਂ ਮੰਗੀ ਗਈ, ਜਾਲੀ ਨੰਬਰ ਪਲੇਟ ਕਿੱਥੋਂ ਬਣਾਈ, ਇਹ ਸਾਰੀ ਕਈ ਬਹੁਤ ਕੁਐਸਚਨਸ ਨੇ ਮਨਪ੍ਰੀਤ ਮੰਨਾ ਨੂੰ ਲੈ ਕੇ। ਲੇਕਿਨ ਸਭ ਤੋਂ ਪਹਿਲਾ ਕੁਐਸਚਨ ਕਿ ਆਖਿਰ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿੱਥੇ ਭੱਜੇ। ਰਾਜਸਥਾਨ ਟੀਮਾਂ ਗਈ ਹੋਈ ਹੈ, ਟੈਕਨੀਕਲ ਟੀਮ ਜਿਹੜੀ ਹੈ ਉਹ ਕੰਮ ਕਰ ਰਹੀ ਹੈ, IT ਜਿਹੜਾ ਹੈਗਾ ਸੈੱਲ ਪੁਲਿਸ ਦਾ ਉਹ ਕੰਮ ਕਰ ਰਿਹਾ ਹੈ, ਮੋਬਾਈਲ ਡੰਪ ਡਾਟਾ ਜਿਹੜਾ ਉਹ ਕੰਮ ਕਰ ਰਿਹਾ ਹੈ, ਕਿਉਂਕਿ ਉੱਥੇ ਦਾ ਉਸ ਏਰੀਆ ਦਾ 4 ਵਜੇ ਤੋਂ ਲੈ ਕੇ 6 ਵਜੇ ਦਾ ਜਿਹੜਾ ਡੰਪ ਡਾਟਾ ਪੁਲਿਸ ਨੇ ਚੁੱਕਿਆ ਹੈ। ਕਰੀਬ ਤੋਂ ਕਰੀਬ ਜਿਹੜੇ ਹੈਗੇ 3000 ਮੋਬਾਈਲ ਦਾ ਡੰਪ ਡਾਟਾ ਜਿਹੜਾ ਚੁੱਕਿਆ ਜਾਂਦੇ ਸਾਡੇ ਸੋਰਸਿਸ ਦੱਸ ਰਹੇ ਨੇ। ਲੇਕਿਨ ਉਹਦੇ ਵਿੱਚ ਵੀ IT ਜਿਹੜਾ ਸੈੱਲ ਹੈ ਪੁਲਿਸ ਦਾ ਉਹ ਵੀ ਕੰਮ ਕਰ ਰਿਹਾ ਹੈ। ਤੇ ਹੁਣ ਜਿਹੜੀ ਮਨਪ੍ਰੀਤ ਮੰਨਾ ਲੀਡ ਮਿਲੀ ਹੈ ਪੁਲਿਸ ਨੂੰ, ਉਹਦੇ ਕੋਲੋਂ ਹੁਣ ਪੁੱਛਗਿੱਛ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਿ ਆਖਿਰ ਕਿੰਨੇ ਦਿਨਾਂ ਤੋਂ ਉਹ ਗੱਡੀ ਉੱਥੇ ਘੁੰਮ ਰਹੀ ਸੀ, ਯਾਨੀ ਕਿ ਮੂਸੇਵਾਲੇ ਦੇ ਘਰ ਦੇ ਨੇੜੇ ਤੇੜੇ ਦਿਨਾਂ ਤੋਂ ਬਲੈਰੋ ਜਿਹੜਾ ਕਰੋਲਾ ਹੈ, ਟੋਇਟਾ ਕਰੋਲਾ ਜਿਹੜੀ ਗੱਡੀ ਹੈ ਦਿੱਲੀ ਨੰਬਰ DL10CT0196 ਤੇ ਦੂਜੀ ਜਿਹੜੀ ਕਰੋਲਾ ਹੈ ਉਹ ਕਿੰਨੇ ਦਿਨਾਂ ਤੋਂ ਘੁੰਮ ਰਹੀ ਸੀ, ਕਿੰਨੇ ਦਿਨਾਂ ਤੋਂ ਇਹ ਰੈਕੀ ਚੱਲ ਰਹੀ ਸੀ, ਕਿੰਨੇ ਦਿਨਾਂ ਤੋਂ ਉਹਨਾਂ ਨੂੰ ਲੌਜਿਸਟਿਕ ਚੀਜ਼ਾਂ ਪ੍ਰੋਵਾਈਡ ਕੀਤੀ ਗਈ, ਕਿਹੜੇ ਲੋਕ ਸੀਗੇ, ਕਿੰਨੇ ਹਮਲਾਵਰ ਸੀਗੇ, ਕਿਹੜੇ ਵੈਪਨ ਸੀਗੇ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਮਨਪ੍ਰੀਤ ਮੰਨਾ ਤੋਂ ਇੱਕ ਲਿਸਟ ਜਿਹੜੀ ਹੈ ਕੁਐਸਚਨ ਦੀ ਜਿਹੜੀ ਲਿਸਟ ਤਿਆਰ ਕੀਤੀ ਗਈ ਹੈ ਤੇ ਮਨਪ੍ਰੀਤ ਮੰਨਾ ਨੂੰ ਆਪਣਾ ਰਿਮਾਂਡ ਤੇ ਲੈ ਕੇ ਹੁਣ ਇਹੀ ਸਵਾਲ ਕੀਤੇ ਜਾਣਗੇ, ਕਿਉਂਕਿ ਮਨਪ੍ਰੀਤ ਮੰਨਾ ਇੱਕ ਬਹੁਤ ਵੱਡੀ ਲੀਡ, ਗੌਰਵ ਕਹਿ ਸਕਦੇ ਕਿ ਬਹੁਤ ਵੱਡੀ ਲੀਡ ਜਿਹੜੀ ਹੈ ਉਹ ਮੰਨੀ ਜਾ ਰਹੀ ਹੈ ਕਿ ਮਨਪ੍ਰੀਤ ਮੰਨਾ ਤੋਂ ਹੁਣ ਇਹ ਜਿੰਨੇ ਵੀ ਕੁਐਸਚਨਸ ਨੇ ਉਹ ਪੁੱਛੇ ਜਾਣੇ ਕਿ ਆਖਿਰ ਹਮਲਾਵਰ ਕਿਹੜੇ ਸ਼ੂਟਰ ਸੀਗੇ, ਪ੍ਰੋਫੈਸ਼ਨਲੀ ਸ਼ੂਟਰ ਸੀਗੇ ਜਾਂ ਹਾਇਰ ਕੀਤੇ ਹੋਏ ਸੀ ਜਾਂ ਫਿਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਸੀਗੇ ਜਾਂ ਕਿਹੜੇ ਗਰੁੱਪ ਸੀਗੇ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਮਨਪ੍ਰੀਤ ਮੰਨਾ, ਕਿਉਂਕਿ ਇੱਕ ਇਸ ਤਰ੍ਹਾਂ ਦਾ ਐਕਿਊਜ਼ ਨੇ ਜਿਹੜਾ ਸਾਰੀ ਚੀਜ਼ਾਂ ਲੌਜਿਸਟਿਕ, ਹੁਣ ਜਿਹੜਾ ਵੀ ਆਰੋਪੀ ਹੈ ਜਿਹੜੀ ਵੀ ਚੀਜ਼ਾਂ ਨੇ ਉਹ ਲੌਜਿਸਟਿਕ ਪ੍ਰੋਵਾਈਡ ਕਰਦਾ ਹੈ ਤਾਂ ਕਿਤੇ ਨਾ ਕਿਤੇ ਬਹੁਤ ਮੇਨ ਬੰਦਾ ਮੰਨਿਆ ਜਾਂਦਾ ਹੈ। ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਗੌਰਵ ਕਿ ਜਿਹੜਾ ਨਿਸ਼ਾਨ ਸਿੰਘ ਸੀਗਾ, ਜਿਹੜਾ ਮੋਹਾਲੀ RPG ਅਟੈਕ ਹੋਇਆ ਸੀਗਾ, ਨਿਸ਼ਾਨ ਸਿੰਘ ਉਹ ਬੰਦਾ ਸੀਗਾ ਜਿਹਨੇ ਲਾਂਚਰ ਪ੍ਰੋਵਾਈਡ ਕਰਾਇਆ ਸੀਗਾ, ਜਿਹੜੇ ਅਸਲੇ ਜਿਹੜੇ ਪ੍ਰੋਵਾਈਡ ਕਰਾਏ ਸੀਗੇ। ਉਹਦੇ ਵਿੱਚ ਕਿ ਪੁੱਛਗਿੱਛ ਵਿੱਚ ਕਈ ਚੀਜ਼ਾਂ ਸਾਹਮਣੇ ਆਈ ਸੀ, ਸੇਮ ਡਿਟੋ ਇਹੀ ਮਨਪ੍ਰੀਤ ਮੰਨਾ ਹੈ ਜਿਹਨੇ ਲੌਜਿਸਟਿਕ ਪ੍ਰੋਵਾਈਡ ਕਰਾਈ ਹੈ ਤੇ ਮਨਪ੍ਰੀਤ ਮੰਨਾ ਤੋਂ ਹੁਣ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੇ 2 ਗੈਂਗਸਟਰ ਹੋਰ ਨੇ, ਜਿਹੜੀ ਵੀ ਪੁੱਛਗਿੱਛ ਹੋਈ ਹੈ ਗੌਰਵ, ਜਿਹੜੀ ਵੀ ਪੁੱਛਗਿੱਛ ਹੋਈ ਹੈ ਪਲ ਦੀ ਅਪਡੇਟ ਵੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿਹੜੀ ਵੀ ਪੁੱਛਗਿੱਛ ਹੋਈ ਸੀ ਉਹਦੇ ਵਿੱਚ ਜੇਲ੍ਹਾਂ 'ਚ ਬੈਠੇ ਕਈ ਮੈਨੂੰ ਸਾਫ਼ ਤੌਰ ਤੇ ਨਜ਼ਰ ਆਉਂਦੇ ਆ, ਕਿਉਂਕਿ ਸਵਾਲਾਂ ਦੀ ਭਰਮਾਰ ਹੈ ਇਸ ਸਮੇਂ, ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ ਕਿ ਕਿੰਨੇ ਲੋਕ ਸੀ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਹ ਕੌਣ ਲੋਕ ਸੀ, ਕਿ ਪੰਜਾਬ ਦੇ ਨੇ ਜਾਂ ਪੰਜਾਬ ਤੋਂ ਬਾਹਰ ਤੋਂ ਆਏ ਸੀ, ਉਹਨਾਂ ਦੇ ਕੋਲ ਕਿਹੜੇ ਹਥਿਆਰ ਸੀ, ਕਿੰਨੇ ਦਿਨਾਂ ਤੋਂ ਇੱਥੇ ਰਹਿ ਰਹੇ ਸੀ, ਕੌਣ ਰੇਕੀ ਕਰ ਰਿਹਾ ਸੀ, ਸਿੱਧੂ ਮੂਸੇਵਾਲਾ ਦੀ ਕਿਸ ਦੇ ਵੱਲੋਂ ਇਤਲਾਹ ਦਿੱਤੀ ਗਈ ਕਿ ਸਿੱਧੂ ਘਰ ਤੋਂ ਨਿਕਲ ਚੁੱਕਿਆ ਹੈ, ਕਿ ਵਾਕਈ ਹੀ ਸਿੱਧੂ ਦੇ ਘਰ ਦੇ ਨੇੜੇ ਕਿਤੇ ਕਰੋਲਾ ਗੱਡੀ ਔਰ ਬੁਲੈਰੋ ਪਹਿਲਾਂ ਤੋਂ ਹੀ ਖੜੀ ਹੋਈ ਸੀ ਕਿ ਜਿਵੇਂ ਸਿੱਧੂ ਉੱਥੋਂ ਨਿਕਲੇ ਤੇ ਉਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਤਾਂ ਇਹ ਸਾਰੇ ਸਵਾਲ ਤਾਂ ਜ਼ਰੂਰ ਹਰ ਕੋਈ ਜਾਣਨਾ ਚਾਹੁੰਦਾ ਹੈ। ਬਲਦੇਵ ਸਾਡੇ ਨਾਲ ਜੁੜੇ ਹੋਏ ਨੇ। ਬਲਦੇਵ, ਮੇਰੀ ਆਵਾਜ਼ ਆ ਰਹੀ ਹੈ? ਜੋ ਲੱਗ ਰਿਹਾ ਉਹਨਾਂ ਨਾਲ ਸੰਪਰਕ ਟੁੱਟਿਆ। ਬਲਦੇਵ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਲਈ। ਜੀ ਬਲਦੇਵ, ਆਵਾਜ਼ ਆ ਰਹੀ ਹੈ ਮੇਰੀ? ਜੀ ਗੌਰਵ ਜੀ ਕਰੋ। ਠੀਕ ਹੈ ਬਲਦੇਵ, ਜਾਣਨਾ ਚਾਹਾਂਗੇ ਸਿਰਫ 3 ਗ੍ਰਿਫਤਾਰੀਆਂ ਜਾਂ ਕਹੀਏ ਕਿ 1 ਗ੍ਰਿਫਤਾਰੀ, 2 ਦਾ ਪ੍ਰੋਡਕਸ਼ਨ ਵਾਰੰਟ, ਕਿਉਂਕਿ ਪਿਛਲੇ 24 ਘੰਟਿਆਂ ਦੇ ਵਿੱਚ ਲਗਾਤਾਰ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ ਪੁਲਿਸ ਨੇ ਬਹੁਤ ਸਾਰੇ ਲੋਕਾਂ ਨੂੰ ਡਿਟੇਨ ਕੀਤਾ ਹੈ, ਹਿਰਾਸਤ ਦੇ ਵਿੱਚ ਲਿਆ, ਪਰ ਸਿਰਫ 1 ਗ੍ਰਿਫਤਾਰੀ ਹੁਣ ਤੱਕ ਪੁਲਿਸ ਕਹਿ ਰਹੀ ਹੈ। ਬਿਲਕੁਲ, 2 ਪ੍ਰੋਡਕਸ਼ਨ ਵਾਰੰਟ ਤੇ 1 ਗ੍ਰਿਫਤਾਰੀ ਹੈ ਜਿਹੜੀ ਉਹ ਮਨਪ੍ਰੀਤ ਸਿੰਘ ਦੀ ਹੋਈ ਹੈ, ਜਿਹਨੇ ਗੱਡੀਆਂ ਮੁਹੱਈਆ ਕਰਵਾਈਆਂ ਨੇ ਤੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਪੁੱਛਗਿੱਛ ਸ਼ੁਰੂ ਹੋ ਜਾਣੀ ਹੈ, ਜਿਹਦੇ ਵਾਸਤੇ ਸਪੈਸ਼ਲ ਹੈ ਜਿਹੜੀ ਐਸਪੀ ਬਣਾਈ ਗਈ ਹੈ। ਇਸ ਕਤਲ ਮਾਮਲੇ ਨੂੰ ਲੈ ਕੇ ਪੁਲਿਸ ਨੇ ਵੱਡੀ ਪੱਧਰ ਤੇ ਫੋਨਾਂ ਦਾ ਡੰਪ ਵੀ ਉਠਾਇਆ ਸੀ, ਜਿਹਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਸੀ, ਜਿਸ ਕਰਕੇ ਮਨਪ੍ਰੀਤ ਨਾਮ ਦੇ ਬੰਦੇ ਦੀ ਗ੍ਰਿਫਤਾਰੀ ਹੋਈ ਹੈ। ਕਿਤੇ ਨਾ ਕਿਤੇ ਪੁਲਿਸ ਨੂੰ ਵੱਡੀ ਲੀਡ ਹੈ ਜਿਹੜੀ ਉਹ ਮਿਲੀ ਹੈ। ਲੱਗਦਾ ਕਿ ਪੁਲਿਸ ਨੂੰ ਜਲਦੀ ਸਫਲਤਾ ਮਿਲੂਗੀ ਤੇ ਹੋਰ ਲੋਕਾਂ ਨੂੰ ਵੀ ਕੱਲ ਜਾਂ ਪਰਸੋਂ ਜਲਦੀ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਊਗਾ। ਚਲੋ ਸ਼ੁਕਰੀਆ, ਧੰਨਵਾਦ ਬਲਦੇਵ, ਤੁਹਾਡਾ ਵੀ ਧੰਨਵਾਦ ਤੇ ਮਨੋਜ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਵੱਡੀ ਇਸ ਸਮੇਂ ਖਬਰ ਹੈ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਨਾਲ ਜੁੜੀ ਹੋਈ ਔਰ ਇਸ ਮਾਮਲੇ 'ਚ ਪਹਿਲੀ ਗ੍ਰਿਫਤਾਰੀ ਹੋਈ ਹੈ। ਮਨਪ੍ਰੀਤ ਸਿੰਘ ਨਾਮ ਦੇ ਸ਼ਖਸ ਦੀ ਪਹਿਲੀ ਗ੍ਰਿਫਤਾਰੀ ਹੋਈ ਹੈ ਤੇ 2 ਗੈਂਗਸਟਰਾਂ ਨੂੰ ਪੁਲਿਸ, ਲਾਰੈਂਸ ਬਿਸ਼ਨੋਈ ਨੇ ਇਸ ਪੂਰੇ ਮਾਮਲੇ ਦੀ ਜਿਹੜੀ ਲੀਡ ਲਈ ਸੀ ਜਾਂ ਕਹੀਏ ਕਿ ਜ਼ਿੰਮੇਵਾਰੀ ਲਈ ਸੀ ਤੇ ਸਭ ਦੇ ਵਿਚਾਲੇ 2 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਪੁਲਿਸ ਲੈ ਕੇ ਆਈ ਹੈ। ਇੱਕ ਬਠਿੰਡਾ ਤੋਂ ਨੇ ਜਿਹੜਾ ਜੇਲ੍ਹ ਦੇ ਵਿੱਚ ਬੰਦ ਸੀ ਤੇ ਇੱਕ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਗੈਂਗਸਟਰ ਬੰਦ ਸੀ।
ਤੇ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਹੈ, ਇਸ ਦੇ ਨਾਲ ਹੀ ਜੁੜੀ ਹੋਈ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਲਾਰੈਂਸ ਬਿਸ਼ਨੋਈ, ਜਿਹਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਿਮਾਂਡ ਹਾਸਲ ਕੀਤਾ ਹੈ ਲਾਰੈਂਸ ਬਿਸ਼ਨੋਈ ਦਾ ਤੇ ਜੇਲ੍ਹ ਤੋਂ ਰਿਮਾਂਡ ਤੇ ਲਿਆਂਦਾ ਗਿਆ। ਸਪੈਸ਼ਲ ਸੈੱਲ ਟੀਮ ਨੇ ਪਟਿਆਲਾ ਕੋਰਟ ਤੋਂ, ਦਿੱਲੀ ਦੀ ਪਟਿਆਲਾ ਕੋਰਟ ਤੋਂ ਰਿਮਾਂਡ ਮੰਗੀ ਸੀ। ਤਿਹਾੜ ਜੇਲ੍ਹ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਲਿਆਂਦਾ ਗਿਆ। ਸਪੈਸ਼ਲ ਸੈੱਲ ਤਿਹਾੜ ਜੇਲ੍ਹ ਤੋਂ ਸਪੈਸ਼ਲ ਸੈੱਲ ਲਿਆਂਦਾ ਗਿਆ ਤੇ ਸਪੈਸ਼ਲ ਸੈੱਲ ਦੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਨਾਲ ਜੁੜੇ ਮਸਲੇ ਦੇ ਉੱਤੇ ਇਹ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪਟਿਆਲਾ ਕੋਰਟ ਤੋਂ ਸਪੈਸ਼ਲ ਸੈੱਲ ਦੀ ਟੀਮ ਨੇ ਰਿਮਾਂਡ ਮੰਗੀ ਤੇ ਅਦਾਲਤ ਨੇ ਦਿੱਤਾ 5 ਦਿਨਾਂ ਦੀ ਰਿਮਾਂਡ ਦੇ ਉੱਤੇ ਭੇਜ ਦਿੱਤਾ। ਤਾਂ ਸਿੱਧੂ ਕਤਲकांड ਦੇ ਵਿੱਚ ਦਿੱਲੀ ਦੀ ਸਪੈਸ਼ਲ ਸੈੱਲ ਨੂੰ ਕੀ ਹੱਥ ਲੱਗਦਾ ਹੈ, ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਲਾਜ਼ਮੀ ਤੌਰ ਤੇ ਹੋਣਗੀਆਂ। ਆਪਾਂ ਇਸ ਸਮੇਂ ਦੀ ਵੱਡੀ ਖਬਰ ਜ਼ਰੂਰ ਹੈ ਕਿ ਲਾਰੈਂਸ ਬਿਸ਼ਨੋਈ ਵੀ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ 5 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵੱਲੋਂ ਇਹ ਰਿਮਾਂਡ ਹਾਸਲ ਕੀਤੀ ਗਈ ਹੈ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ, ਉਸ ਦੀ ਗੈਂਗ ਨੇ ਜ਼ਿੰਮੇਵਾਰੀ ਲਈ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਜੋ ਲਾਰੈਂਸ ਬਿਸ਼ਨੋਈ ਦੇ ਨਾਲ ਜੁੜਿਆ ਹੋਇਆ ਗੋਲਡੀ ਬਰਾੜ ਦੱਸਿਆ ਜਾਂਦਾ ਹੈ, ਉਸ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ। शंकर आनंद साडे सहयोगी इस समय फोन लाइन पे साडे नाल ने। शंकर, जानना चाहेंगे क्या कुछ आपके पास जानकारी इस समय जो लॉरेंस बिश्नोई को रिमांड पर लिया गया है? देखिए, इस वक्त में लॉरेंस बिश्नोई से पूछताछ चल रही है। ये पूछताछ लोधी रोड स्थित स्पेशल सेल के दफ्तर में चल रही है। जिस तरह से लॉरेंस बिश्नोई पे काफी गंभीर आरोप लगे थे और जिस तरह से कनाडा में रह रहे गैंगस्टर गोल्डी बराड़ के साथ उसका कनेक्शन सामने आया, लिहाजा इसी मामले की गंभीरता को देखते हुए दिल्ली के पटियाला हाउस कोर्ट से स्पेशल सेल ने एक रिक्वेस्ट किया था और रिक्वेस्ट करके कहा कि इस मामले में लॉरेंस बिश्नोई से आगे की पूछताछ करनी है, लिहाजा इस मामले में उन्हें ज्यादा से ज्यादा दिनों की कस्टडी दी जाए। और इस मामले की गंभीरता को सुनते हुए और दोनों पक्ष की दलीलों को सुनने के बाद कोर्ट ने आज 5 दिनों की रिमांड में लॉरेंस बिश्नोई को भेज दिया है और लॉरेंस बिश्नोई से उन तमाम मसलों पर बाकायदा पूछताछ होगी। जिस तरह से सिद्धू मूसेवाला हत्याकांड में गोल्डी बराड़ का नाम सामने आया और जिस तरह से गोल्डी बराड़ जो कनाडा में रह रहा है, उसने इस मामले में स्वीकार किया कि उसने इस हत्याकांड मामले को अंजाम दिया है और गोल्डी बराड़ का कनेक्शन सीधे तौर पर लॉरेंस बिश्नोई के साथ जुड़ता है। इसके साथ ही काला जठेरी के साथ, काला राणा के साथ जुड़ता है। तो काला जठेरी, काला राणा और लॉरेंस बिश्नोई ये तीनों एक ही दफ्तर में है, यानी कि लोधी रोड स्थित जो स्पेशल सेल का दफ्तर है, उन तीनों को उसी जगह पे रखा गया है और वहीं पर रख करके तीनों से पूछताछ चल रही है। आनंद, मैं एक बार दोबारा जानना चाहूंगा, 5 दिन की रिमांड है लॉरेंस बिश्नोई की या 8 दिन की रिमांड है? जहां तक अभी हमें जानकारी मिली है, हमारे जो सूत्र बताए हैं, 5 दिनों की रिमांड मिली है और 5 दिनों की रिमांड जब खत्म होगी, जब उसे पटियाला हाउस कोर्ट में पेश किया जाएगा, तो उस दौरान पंजाब पुलिस भी आकर रिमांड मांग सकती है। हमारे सूत्र ये भी बताते हैं कि उस वक्त में पंजाब पुलिस भी आकर पटियाला हाउस कोर्ट में आएगी और आगे की रिमांड मांग सकती है, क्योंकि लॉरेंस बिश्नोई का कनेक्शन सीधे तौर पर पंजाब से जुड़ रहा है और जिस तरह से सिद्धू मूसेवाला हत्याकांड में उस पूरे गैंग का नाम सामने आया है, और तो इस मामले में पंजाब पुलिस भी आगे तफ्तीश करने के लिए लॉरेंस बिश्नोई की रिमांड मांग सकती है। लेकिन इस मामले में कोर्ट में एक अर्जी भी दाखिल की गई है लॉरेंस बिश्नोई के वकील के द्वारा और कहा गया है कि उसे पंजाब पुलिस को नहीं सौंपा जाए, क्योंकि उन्हें डर है कि उसके मुवक्किल यानी कि उसके जो क्लाइंट है लॉरेंस बिश्नोई, उसकी वहां पर हत्या भी हो सकती है। तो एक तरह से कहा जा सकता है कि अब इस मामले में अलग अलग पेच जो है वो फंसा हुआ नजर आ रहा है। लेकिन फिलहाल दिल्ली पुलिस की स्पेशल सेल इन तमाम मामलों पर पूछताछ कर रही है। पूछताछ के बाद जब 5 दिन खत्म होगा तो कोर्ट के समक्ष किस तरह से उन तमाम दलीलों को स्पेशल सेल रखेगी, वो देखने वाली बात होगी। जी ठीक है शंकर, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਲਈ ਤਾਂ ਵੱਡੀ ਖਬਰ ਹੈ ਇਸ ਸਮੇਂ ਇੱਕ ਪਾਸੇ ਮਨਪ੍ਰੀਤ ਸਿੰਘ ਦੇ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ। ਮਾਨਸਾ ਪੁਲਿਸ ਨੇ 5 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਮਨਪ੍ਰੀਤ ਸਿੰਘ ਦਾ ਤੇ ਦੂਜੇ ਪਾਸੇ 2 ਗੈਂਗਸਟਰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਪੁਲਿਸ ਲੈ ਕੇ ਆਈ ਹੈ ਮਾਨਸਾ ਪੁਲਿਸ। ਇੱਕ ਬਠਿੰਡਾ ਜੇਲ੍ਹ ਤੋਂ ਤੇ ਦੂਜਾ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਗਿਆ ਮਾਨਸਾ, ਜਿਸ ਤੋਂ ਪੁੱਛ ਪੜਤਾਲ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਕੀਤੀ ਜਾ ਰਹੀ ਹੈ। ਤੇ ਦੂਜੇ ਪਾਸੇ ਦਿੱਲੀ 'ਚ ਵੀ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਹੈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ, ਤੇ ਉਹ ਵੀ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਉਸ ਦੀ ਸ਼ਮੂਲੀਅਤ ਨੂੰ ਲੈ ਕੇ ਸਵਾਲ ਜਵਾਬ ਕਰੇਗਾ ਸਪੈਸ਼ਲ ਸੈੱਲ। ਤੇ ਇਸ ਸਮੇਂ ਜਾਣਕਾਰੀ ਇਹ ਵੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਵੀ ਦਿੱਲੀ ਦੀ ਪਟਿਆਲਾ ਕੋਰਟ ਦੇ ਵਿੱਚ ਜਾ ਕੇ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ, ਪ੍ਰੋਡਕਸ਼ਨ ਵਾਰੰਟ ਮੰਗਿਆ ਜਾ ਸਕਦਾ ਹੈ।
ਤੇ ਕਿਉਂਕਿ ਲਾਰੈਂਸ ਬਿਸ਼ਨੋਈ ਖੁਦ ਦਿੱਲੀ ਹਾਈ ਕੋਰਟ ਪਹੁੰਚਿਆ ਹੋਇਆ ਹੈ ਤਾਂ ਦਿੱਲੀ ਹਾਈ ਕੋਰਟ ਦੇ ਵਿੱਚ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ ਲਾਰੈਂਸ ਬਿਸ਼ਨੋਈ ਦੀ ਅਰਜ਼ੀ ਦੇ ਉੱਤੇ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਇਹ ਕਿਹਾ ਹੈ ਕਿ ਕਿਸੇ ਹੋਰ ਸੂਬੇ ਦੀ ਪੁਲਿਸ ਨੂੰ ਉਸ ਦਾ ਰਿਮਾਂਡ ਨਾ ਦਿੱਤਾ ਜਾਵੇ। ਉਹਨਾਂ ਦੇ ਵਕੀਲ ਲਾਰੈਂਸ ਬਿਸ਼ਨੋਈ ਦੇ ਵਕੀਲ ਅਦਾਲਤ 'ਚ ਪਹੁੰਚੇ ਤੇ ਕਿਹਾ ਕਿ ਐਨਕਾਊਂਟਰ ਕਰਨ ਦਾ ਖਤਰਾ ਹੈ। ਵਕੀਲਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਮੁਵੱਕਿਲ ਨੂੰ ਖਤਰਾ ਹੈ ਕਿ ਐਨਕਾਊਂਟਰ ਉਸ ਦਾ ਕੀਤਾ ਜਾ ਸਕਦਾ ਹੈ ਜੋ ਸੈਂਟੀਮੈਂਟਸ ਨਹੀਂ ਜਾਂ ਫਿਰ ਜੋ ਪੋਲੀਟੀਕਲ ਦਬਾਅ ਇਸ ਸਮੇਂ ਪੁਲਿਸ ਦੇ ਉੱਤੇ ਹੈ। ਇਸ ਤਰੀਕੇ ਦੇ ਬਿਆਨ ਸਾਹਮਣੇ ਆਏ ਨੇ। ਤਾਂ ਇਸ ਵਿਚਾਲੇ ਲਾਰੈਂਸ ਬਿਸ਼ਨੋਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਰਿਮਾਂਡ ਦੇ ਉੱਤੇ ਤਾਂ ਜ਼ਰੂਰ ਹੈ, ਪਰ ਕੀ ਪੰਜਾਬ ਪੁਲਿਸ ਨੂੰ ਵੀ ਰਿਮਾਂਡ ਮਿਲਦਾ ਹੈ ਕਿ ਦਿੱਲੀ ਹਾਈ ਕੋਰਟ ਦੇ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਕੋਈ ਜਾਣਕਾਰੀ ਜਾਂ ਫਿਰ ਕੋਈ ਰਾਹਤ ਦਿੱਤੀ ਜਾਂਦੀ ਹੈ ਕਿ ਠੀਕ ਹੈ ਤੁਹਾਡੀ ਕਿਸੇ ਨੂੰ ਪ੍ਰੋਡਕਸ਼ਨ ਵਾਰੰਟ ਅਸੀਂ ਨਹੀਂ ਦਵਾਂਗੇ? ਕਿਉਂਕਿ ਲਾਰੈਂਸ ਬਿਸ਼ਨੋਈ ਦੇ ਵਕੀਲਾਂ ਦੇ ਵੱਲੋਂ ਇਹ ਵੀ ਅਦਾਲਤ ਦੇ ਵਿੱਚ ਕਿਹਾ ਗਿਆ ਕਿ ਲਾਰੈਂਸ ਬਿਸ਼ਨੋਈ ਦੀ ਰਿਮਾਂਡ ਨਾ ਦਿੱਤੀ ਜਾਵੇ, ਬਲਕਿ ਦਿੱਲੀ ਦੀ ਜੇਲ੍ਹ ਦੇ ਵਿੱਚ ਹੀ ਜੇਕਰ ਕੋਈ ਪੁੱਛ ਪੜਤਾਲ ਕਰਨਾ ਚਾਹੁੰਦਾ ਹੈ, ਜੇ ਪੰਜਾਬ ਪੁਲਿਸ ਕੋਈ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ ਤਾਂ ਜੇਲ੍ਹ ਦੇ ਵਿੱਚ ਹੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ ਤੇ ਦੂਜਾ ਜਾਂ ਫਿਰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਵੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ। ਤਾਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ, ਪਹਿਲੀ ਗ੍ਰਿਫਤਾਰੀ ਹੋਈ ਹੈ ਮਨਪ੍ਰੀਤ ਸਿੰਘ ਦੀ 2 ਗੈਂਗਸਟਰ ਪ੍ਰੋਟੈਕਸ਼ਨ ਵਾਰੰਟ ਦੇ ਉੱਤੇ ਤੇ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਰਿਮਾਂਡ ਦੇ ਉੱਤੇ ਹੈ ਦਿੱਲੀ ਦੇ ਸਪੈਸ਼ਲ ਸੈੱਲ ਦੀ। ਇੱਕ ਛੋਟੇ ਜਿਹੇ ਵਕਫੇ ਦੇ ਲਈ ਰੁਕ ਰਹੇ ਹਾਂ, ਬ੍ਰੇਕ ਦੇ ਉਸ ਪਾਰ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।